ਵਿਦਿਆਰਥੀਓ, ਅੱਜ ਆਪਾਂ ਚਿੱਠੀ ਪੱਤਰ ਲਿਖਣ ਸੰਬੰਧੀ ਕੁਝ ਗੱਲਾਂ ਉੱਤੇ ਵਿਚਾਰ ਕਰਾਂਗੇ। ਚਿੱਠੀ ਪੱਤਰ ਸਿਰਫ ਸੁਨੇਹੇ ਪਹੁੰਚਾਉਣ ਲਈ ਜਾਂ ਸੰਚਾਰ ਕਰਨ ਲਈ ਵਰਤਿਆ ਜਾਣ ਵਾਲਾ ਸਾਧਨ ਮਾਤਰ ਨਹੀਂ ਹੁੰਦਾ, ਸਗੋਂ ਇਹ ਇੱਕ ਕਲਾ ਹੈ ਜਿਸ ਰਾਹੀਂ ਕਿਸੇ ਵਿਅਕਤੀ ਵਿਚਲੀ ਚਿੱਠੀ ਲਿਖਣ ਦੀ ਯੋਗਤਾ ਦਾ ਪਤਾ ਲਗਾਇਆ ਜਾ ਸਕਦਾ ਹੈ। ਚਿੱਠੀ ਪੱਤਰ ਨਿੱਜੀ ਵੀ ਹੁੰਦੇ ਹਨ ਅਤੇ ਦਫ਼ਤਰੀ ਵੀ ਹੁੰਦੇ ਹਨ। ਚਿੱਠੀ ਪੱਤਰ ਦਾ ਕਾਰਜ ਸਿਰਫ ਮਨੁੱਖ ਹੀ ਕਰ ਸਕਦਾ ਹੈ, ਜਿਸ ਕਰਕੇ ਇਹ ਮਨੁੱਖੀ ਸੱਭਿਆਚਾਰ ਜਾਂ ਮਨੁੱਖੀ ਸਮਾਜ ਦਾ ਇੱਕ ਮਹੱਤਵਪੂਰਨ ਅੰਗ ਮੰਨੇ ਜਾਂਦੇ ਹਨ। ਮਹੱਤਵਪੂਰਨ ਇਸ ਕਰਕੇ ਵੀ ਹਨ ਕਿਉਂਕਿ ਜਿਵੇਂ ਜਿਵੇਂ ਮਨੁੱਖ ਤਰੱਕੀ ਕਰ ਰਿਹਾ ਹੈ, ਉਸ ਦੇ ਰੁਝੇਵੇਂ ਵੱਧ ਰਹੇ ਹਨ, ਉਵੇਂ ਉਵੇਂ ਉਸ ਦਾ ਜੀਵਨ ਹੋਰ ਜਟਿਲ, ਗੁੰਝਲਦਾਰ ਅਤੇ ਰੁਝੇਵਿਆਂ ਭਰਿਆ ਬਣਦਾ ਜਾ ਰਿਹਾ ਹੈ। ਅਜਿਹੀਆਂ ਸਥਿਤੀਆਂ ਵਿੱਚ ਚਿੱਠੀ ਪੱਤਰ ਸਿਰਫ ਉਸ ਦਾ ਸਮਾਂ ਹੀ ਨਹੀਂ ਬਚਾਉਂਦੇ, ਸਗੋਂ ਦਿੱਤੇ ਜਾਣ ਵਾਲੇ ਸੁਨੇਹੇ ਦੀ ਸਮਰੱਥਾ, ਸਚਿਆਰਤਾ ਅਤੇ ਸੰਪੂਰਨਤਾ ਨੂੰ ਵੀ ਕਾਇਮ ਰੱਖਦੇ ਹਨ। ਪੁਰਾਣੇ ਸਮਿਆਂ ਵਿੱਚ ਚਿੱਠੀ ਪੱਤਰ ਦੀ ਜ਼ਿਆਦਾਤਰ ਵਰਤੋਂ ਇਸ ਕਰਕੇ ਕੀਤੀ ਜਾਂਦੀ ਸੀ ਕਿਉਂਕਿ ਆਵਾਜਾਈ ਦੇ ਸਾਧਨਾਂ ਦੀ ਕਮੀ ਹੋਣ ਕਰਕੇ ਹਰ ਵਿਅਕਤੀ ਲਈ ਉਸ ਦੇ ਸੁਨੇਹਾ ਭੇਜਣ ਵਾਲੇ ਸਥਾਨ ਤੱਕ ਪਹੁੰਚਣਾ ਕਠਿਨ ਹੁੰਦਾ ਸੀ। ਉਸ ਤੋਂ ਬਾਅਦ ਚਿੱਠੀ ਪੱਤਰ ਦੀ ਵਰਤੋਂ ਇਸ ਕਰਕੇ ਵੀ ਕੀਤੀ ਜਾਣ ਲੱਗੀ ਕਿਉਂਕਿ ਇਸ ਨਾਲ ਸਮਾਂ ਬਚਦਾ ਸੀ ਅਤੇ ਇੱਕੋ ਸਮੇਂ ਵੱਡੀ ਮਾਤਰਾ ਵਿੱਚ ਜ਼ਿਆਦਾ ਸੁਨੇਹੇ ਭੇਜੇ ਜਾ ਸਕਦੇ ਸਨ। ਅਜੋਕੇ ਯੁੱਗ ਵਿੱਚ ਵੀ ਚਿੱਠੀ ਪੱਤਰ ਦਾ ਇਲੈਕਟ੍ਰੋਨਿਕ ਤਰੀਕਾ, ਜਿਸ ਨੂੰ ਕਿ ਈਮੇਲ ਕਹਿੰਦੇ ਹਨ, ਬਹੁਤ ਮਹੱਤਵਪੂਰਨ ਹੈ, ਜਿਸ ਨੂੰ ਕਿ ਸਾਰੇ ਸਰਕਾਰੀ, ਗੈਰ ਸਰਕਾਰੀ, ਦਫ਼ਤਰੀ ਅਤੇ ਗੈਰ ਦਫ਼ਤਰੀ ਖੇਤਰਾਂ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਉਂਝ ਤਾਂ ਚਿੱਠੀ ਪੱਤਰ ਦੇ ਬਹੁਤ ਸਾਰੇ ਵਿਸ਼ੇ ਹੋ ਸਕਦੇ ਹਨ, ਪਰ ਆਪਣੀ BA ਪੱਧਰ ਦੀ ਪੜ੍ਹਾਈ ਵਿੱਚ ਨਿੱਜੀ, ਸਮਾਜਿਕ, ਆਰਥਿਕ, ਸਰਕਾਰੀ, ਵਪਾਰਕ, ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਅਖਬਾਰਾਂ ਨਾਲ ਸੰਬੰਧਿਤ ਵਿਸ਼ਿਆਂ ਦੇ ਚਿੱਠੀ ਪੱਤਰਾਂ ਦੀ ਪੜ੍ਹਾਈ ਕਰਨੀ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਇਹਨਾਂ ਕਿਸਮਾਂ ਵਿੱਚੋਂ ਹੀ ਯੂਨੀਵਰਸਿਟੀ ਆਪਣੇ ਪੇਪਰਾਂ ਵਿੱਚ ਚਿੱਠੀ ਪੱਤਰ ਲਿਖਣ ਲਈ ਤੁਹਾਡੇ ਤੋਂ ਮੰਗ ਕਰਦੀ ਹੈ। ਇਹਨਾਂ ਵਿੱਚੋਂ ਵੀ ਜ਼ਿਆਦਾਤਰ ਅਜਿਹੇ ਚਿੱਠੀ ਪੱਤਰ ਲਿਖਣ ਲਈ ਕਿਹਾ ਜਾ ਸਕਦਾ ਹੈ ਜਿਹੜੇ ਜਾਂ ਤਾਂ ਕਿਸੇ ਸਰਕਾਰੀ ਅਫਸਰ ਨੂੰ ਲਿਖੇ ਜਾਣ ਵਾਲੇ ਹੋਣ ਅਤੇ ਜਾਂ ਤੁਹਾਡੇ ਆਲੇ ਦੁਆਲੇ ਸੰਬੰਧੀ ਕਿਸੇ ਅਖਬਾਰ ਦੇ ਸੰਪਾਦਕ ਨੂੰ ਲਿਖੇ ਜਾਣ ਵਾਲੇ ਚਿੱਠੀ ਪੱਤਰ ਹੋਣ। ਇਸ ਦੇ ਨਾਲ ਹੀ ਤੁਹਾਡੇ ਨਿੱਜੀ ਚਿੱਠੀ ਪੱਤਰ, ਜਿਹੜੇ ਕਿ ਤੁਸੀਂ ਆਪਣੇ ਪਰਿਵਾਰ, ਆਪਣੇ ਰਿਸ਼ਤੇਦਾਰ ਜਾਂ ਆਪਣੇ ਕਿਸੇ ਮਿੱਤਰ ਨੂੰ ਲਿਖਦੇ ਹੋ, ਉਹਨਾਂ ਨੂੰ ਲਿਖਣ ਦੀ ਮੰਗ ਵੀ ਕੀਤੀ ਜਾ ਸਕਦੀ ਹੈ। ਇਹਨਾਂ ਚਿੱਠੀ ਪੱਤਰਾਂ ਦੇ ਵਿਸ਼ੇ ਅਸੀਂ ਵੱਧ ਤੋਂ ਵੱਧ ਜਾਂ ਘੱਟ ਤੋਂ ਘੱਟ ਸ਼ਬਦਾਂ ਵਿੱਚ ਲਿਖ ਸਕਦੇ ਹਾਂ, ਪਰ ਧਿਆਨ ਦੇਣ ਵਾਲੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਆਪਣੇ ਚਿੱਠੀ ਪੱਤਰ ਵਿੱਚ ਪੇਸ਼ ਕਰਨ ਵਾਲੇ ਵਿਸ਼ੇ ਦੇ ਸਾਰੇ ਪੱਖ ਸੰਪੂਰਨਤਾ ਨਾਲ ਪੇਸ਼ ਕਰਦੇ ਹੋਣੇ ਚਾਹੀਦੇ ਹੋ। ਪਹਿਲਾਂ ਕਿਹਾ ਜਾ ਚੁੱਕਾ ਹੈ ਕਿ ਚਿੱਠੀ ਪੱਤਰ ਇੱਕ ਕਲਾ ਹੈ। ਇਸ ਦਾ ਭਾਵ ਹੈ ਕਿ ਚਿੱਠੀ ਪੱਤਰ ਲਿਖਣ ਵੇਲੇ ਸਾਨੂੰ ਦੋ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਪਹਿਲਾਂ ਤਾਂ ਇਹ ਕਿ ਜਿਸ ਵਿਸ਼ੇ ਸੰਬੰਧੀ ਚਿੱਠੀ ਪੱਤਰ ਲਿਖਿਆ ਜਾਣਾ ਹੈ, ਉਸ ਵਿਸ਼ੇ ਦੇ ਸਾਰੇ ਪੱਖਾਂ ਨੂੰ ਉਸ ਚਿੱਠੀ ਪੱਤਰ ਵਿੱਚ ਪੇਸ਼ ਕਰਨਾ ਲਾਜ਼ਮੀ ਹੁੰਦਾ ਹੈ। ਭਾਵ ਵਿਸ਼ੇ ਦੀ ਸੰਪੂਰਨਤਾ ਵੱਲ ਪੂਰਾ ਧਿਆਨ ਦੇਣਾ ਹੁੰਦਾ ਹੈ। ਦੂਜੀ ਗੱਲ ਜਿਸ ਵੱਲ ਧਿਆਨ ਦੇਣਾ ਬਣਦਾ ਹੈ ਉਹ ਇਹ ਹੁੰਦੀ ਹੈ ਕਿ ਚਿੱਠੀ ਪੱਤਰ ਲਿਖਣ ਦੇ ਨਿਯਮਾਂ ਅਤੇ ਜੁਗਤਾਂ ਨੂੰ ਵੀ ਪੂਰੇ ਕਲਾਤਮਕ ਢੰਗ ਨਾਲ ਵਰਤਣਾ ਹੁੰਦਾ ਹੈ। ਵਿਸ਼ੇ ਅਤੇ ਕਲਾ ਦੇ ਪੱਖ ਤੋਂ ਚਿੱਠੀ ਅਜਿਹੀ ਲਿਖੀ ਹੋਈ ਹੋਣੀ ਚਾਹੀਦੀ ਹੈ ਕਿ ਚਿੱਠੀ ਪੜ੍ਹਨ ਵਾਲਾ ਉਸ ਉੱਤੇ ਸੋਚੇ ਅਤੇ ਵਿਚਾਰ ਕੀਤੇ ਬਿਨਾਂ ਨਾ ਰਹਿ ਸਕੇ। ਇਸ ਤਰ੍ਹਾਂ ਚਿੱਠੀ ਪੱਤਰ ਪੜ੍ਹਨ ਵਾਲਾ ਲਿਖਣ ਵਾਲੇ ਨਾਲ ਇੱਕ ਕਿਸਮ ਦੀ ਸਾਂਝ ਮਹਿਸੂਸ ਕਰਦਾ ਹੈ। ਅਜਿਹੇ ਚਿੱਠੀ ਪੱਤਰ ਨੂੰ ਲਿਖਣ ਵੇਲੇ ਸਾਨੂੰ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਹਨਾਂ ਬਾਰੇ ਆਪਾਂ ਅੱਗੇ ਵਿਚਾਰ ਚਰਚਾ ਕਰਾਂਗੇ।
ਸਭ ਤੋਂ ਪਹਿਲਾਂ ਚਿੱਠੀ ਦੀ ਭਾਸ਼ਾ ਤੁਹਾਡੀ ਬੋਲਚਾਲ ਦੀ ਭਾਸ਼ਾ ਹੋਣੀ ਚਾਹੀਦੀ ਹੈ। ਵਿਦਿਆਰਥੀਓ, ਇਸ ਦਾ ਕਾਰਨ ਇਹ ਹੈ ਕਿਉਂਕਿ ਚਿੱਠੀ ਵੀ ਅਸਲ ਵਿੱਚ ਇੱਕ ਪ੍ਰਕਾਰ ਦੀ ਗੱਲਬਾਤ ਹੀ ਹੁੰਦੀ ਹੈ। ਇਸ ਤੋਂ ਅੱਗੇ ਨਿੱਜੀ ਚਿੱਠੀ ਪੱਤਰ ਜਿਸ ਨੂੰ ਤੁਸੀਂ ਲਿਖ ਰਹੇ ਹੋ ਉਸ ਨੂੰ ਅਪਣੱਤ ਮਹਿਸੂਸ ਕਰਾਉਣ ਵਾਲੇ ਪਿਆਰ ਭਰੇ ਲਫ਼ਜ਼ਾਂ ਦੀ ਵਰਤੋਂ ਕਰਕੇ ਲਿਖਣੇ ਚਾਹੀਦੇ ਹਨ। ਇਸ ਤੋਂ ਬਾਅਦ ਕਾਰੋਬਾਰੀ ਜਾਂ ਦਫ਼ਤਰੀ ਚਿੱਠੀ ਲਿਖਦੇ ਸਮੇਂ ਵੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਜਿਸ ਨਾਲ ਪੜ੍ਹਨ ਵਾਲੇ ਨੂੰ ਤੁਸੀਂ ਆਪਣੇ ਮਹਿਸੂਸ ਹੋ। ਚਿੱਠੀ ਦੇ ਆਰੰਭ ਅਤੇ ਉਸ ਦੇ ਅੰਤ ਨੂੰ ਸੁਚਾਰੂ ਅਤੇ ਸੁਚੱਜੇ ਢੰਗ ਨਾਲ ਲਿਖਣਾ ਚਾਹੀਦਾ ਹੈ ਤਾਂ ਕਿ ਚਿੱਠੀ ਪੜ੍ਹਨ ਵਾਲੇ 'ਤੇ ਇਸ ਦਾ ਬਹੁਤ ਡੂੰਘਾ ਪ੍ਰਭਾਵ ਪਵੇ। ਚਿੱਠੀ ਰਾਹੀਂ ਤੁਸੀਂ ਜਿਹੜੀ ਵੀ ਗੱਲ ਕਹਿਣੀ ਚਾਹੁੰਦੇ ਹੋ ਉਸ ਨੂੰ ਸਾਫ਼ ਅਤੇ ਸਪਸ਼ਟ ਸ਼ਬਦਾਂ ਵਿੱਚ ਲਿਖੋ ਅਤੇ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਚਿੱਠੀ ਦੀ ਲੈਅ ਨਾ ਵਿਗਾੜੋ। ਇਸ ਨਾਲ ਚਿੱਠੀ ਪੜ੍ਹਨ ਵਾਲੇ ਨੂੰ ਅਕੇਵਾਂ ਮਹਿਸੂਸ ਹੋ ਸਕਦਾ ਹੈ। ਚਿੱਠੀ ਪੱਤਰ ਦੀ ਭਾਸ਼ਾ ਵਿਅੰਗਾਤਮਕ, ਕੌੜੀ, ਚੁਭਵੀਂ ਅਤੇ ਕਿਸੇ ਨੂੰ ਦੁੱਖ ਦੇਣ ਵਾਲੀ ਭਾਸ਼ਾ ਵਿੱਚ ਨਹੀਂ ਲਿਖੀ ਹੋਣੀ ਚਾਹੀਦੀ, ਸਗੋਂ ਇਹ ਪਿਆਰ, ਅਪਣੱਤ ਅਤੇ ਹਮਦਰਦੀ ਭਰੀ ਭਾਸ਼ਾ ਵਿੱਚ ਲਿਖੀ ਹੋਣੀ ਚਾਹੀਦੀ ਹੈ। ਵਿਆਕਰਨਕ ਪੱਧਰ 'ਤੇ ਚਿੱਠੀ ਦੀ ਬੋਲੀ ਸਰਲ ਅਤੇ ਸੌਖੀ ਰੱਖੋ। ਔਖੇ ਸ਼ਬਦ, ਨਾ ਸਮਝ ਜਾਣ ਵਾਲੇ ਸ਼ਬਦ ਚਿੱਠੀ ਵਿੱਚ ਨਾ ਵਰਤੋ। ਵਿਸ਼ਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਕਰੋ ਤਾਂ ਕਿ ਤੁਹਾਡੀ ਕਹੀ ਜਾਣ ਵਾਲੀ ਗੱਲ ਸਹੀ ਅਰਥਾਂ ਵਿੱਚ ਸੰਚਾਰ ਹੋ ਸਕੇ। ਚਿੱਠੀ ਉੱਤੇ ਤਰੀਕ ਅਤੇ ਆਪਣਾ ਪਤਾ ਲਿਖਣਾ ਕਦੇ ਵੀ ਨਾ ਭੁੱਲੋ। ਸਰਕਾਰੀ ਜਾਂ ਵਪਾਰਕ ਚਿੱਠੀ ਲਿਖਣ ਸਮੇਂ ਸ਼ਬਦਾਵਲੀ ਵੱਲ ਪੂਰਾ ਧਿਆਨ ਦਿਓ। ਇਸ ਸ਼ਬਦਾਵਲੀ ਤਕਨੀਕੀ ਅਤੇ ਢੁਕਵੀਂ ਹੋਣੀ ਚਾਹੀਦੀ ਹੈ। ਇਹਨਾਂ ਵਿੱਚ ਬੇਲੋੜੀ ਕੋਈ ਵੀ ਗੱਲ ਨਹੀਂ ਹੋਣੀ ਚਾਹੀਦੀ। ਸਾਰੇ ਪ੍ਰਕਾਰ ਦੀਆਂ ਚਿੱਠੀਆਂ ਵਿੱਚ ਰਸਮੀ ਅਤੇ ਮਾਣ ਸਤਿਕਾਰ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਅਖੀਰ ਵਿੱਚ ਚਿੱਠੀ ਦੀ ਲਿਖਾਈ ਸਾਫ਼ ਸੁਥਰੀ, ਸਹੀ ਸ਼ਬਦ ਜੋੜਾਂ ਵਾਲੀ ਅਤੇ ਵਿਆਕਰਨਕ ਨਿਯਮਾਂ ਅਨੁਸਾਰ ਸਹੀ ਵਾਕਾਂ ਵਾਲੀ ਹੋਣੀ ਚਾਹੀਦੀ ਹੈ। ਪਿਆਰੇ ਵਿਦਿਆਰਥੀਓ, ਇਹ ਉਹ ਨੁਕਤੇ ਸਨ ਜਿਨ੍ਹਾਂ ਵੱਲ ਚਿੱਠੀ ਲਿਖਣ ਵੇਲੇ ਅਸੀਂ ਪੂਰਾ ਧਿਆਨ ਦੇਵਾਂਗੇ। ਇਸ ਤੋਂ ਇਲਾਵਾ ਵਿਦਿਆਰਥੀਓ, ਚਿੱਠੀ ਦੇ ਢਾਂਚੇ ਬਾਰੇ ਵੀ ਅਸੀਂ ਕੁਝ ਗੱਲਾਂ ਜ਼ਰੂਰ ਕਰਾਂਗੇ। ਜਦੋਂ ਅਸੀਂ ਚਿੱਠੀ ਲਿਖਣ ਲਈ ਵਰਤੀਆਂ ਜਾਣ ਵਾਲੀਆਂ ਜੁਗਤਾਂ ਅਤੇ ਨਿਯਮਾਂ ਦੀ ਗੱਲ ਕਰਦੇ ਹਾਂ ਤਾਂ ਅਸਲ ਵਿੱਚ ਅਸੀਂ ਇਸ ਦੇ ਢਾਂਚੇ ਦੀ ਹੀ ਗੱਲ ਕਰ ਰਹੇ ਹੁੰਦੇ ਹਾਂ। ਚਿੱਠੀ ਪੱਤਰ ਦੇ ਢਾਂਚੇ ਵਿੱਚ ਹੇਠ ਲਿਖੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲਾਂ ਬੇਟਾ ਆਰੰਭ। ਚਿੱਠੀ ਦਾ ਆਰੰਭ ਬਹੁਤ ਮਹੱਤਵਪੂਰਨ ਹੁੰਦਾ ਹੈ। ਚਿੱਠੀ ਦੇ ਆਰੰਭ ਵਿੱਚ ਲੇਖਕ ਆਪਣਾ ਪਤਾ ਅਤੇ ਤਰੀਕ ਲਿਖੇਗਾ। ਇਸ ਨੂੰ ਪੇਜ ਦੇ ਦੋਨੋਂ ਪਾਸੇ ਲਿਖਿਆ ਜਾ ਸਕਦਾ ਹੈ, ਭਾਵ ਇਸ ਨੂੰ ਸੱਜੇ ਪਾਸੇ ਵੀ ਲਿਖਿਆ ਜਾ ਸਕਦਾ ਹੈ ਅਤੇ ਖੱਬੇ ਪਾਸੇ ਵੀ ਲਿਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਸੰਬੋਧਨੀ ਸ਼ਬਦ ਹੁੰਦੇ ਹਨ। ਜਿਸ ਵਿਅਕਤੀ ਜਾਂ ਅਹੁਦੇਦਾਰ ਨੂੰ ਤੁਸੀਂ ਚਿੱਠੀ ਲਿਖਣੀ ਹੁੰਦੀ ਹੈ ਉਸ ਨੂੰ ਸੰਬੋਧਨ ਹੋਣ ਲਈ ਵਰਤੇ ਜਾਣ ਵਾਲੇ ਢੁਕਵੇਂ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਸ਼ਬਦ ਭਿੰਨ ਵਿਅਕਤੀਆਂ ਲਈ ਭਿੰਨ ਹੁੰਦੇ ਹਨ। ਜਿਵੇਂ ਜੇਕਰ ਤੁਸੀਂ ਚਿੱਠੀ ਆਪਣੇ ਭਰਾ ਨੂੰ ਲਿਖ ਰਹੇ ਹੋ ਤਾਂ ਤੁਸੀਂ ਵਰਤੋਗੇ ਪਿਆਰੇ ਵੀਰ ਜੀ। ਜੇ ਤੁਸੀਂ ਚਿੱਠੀ ਆਪਣੀ ਮਾਤਾ ਨੂੰ ਲਿਖ ਰਹੇ ਹੋ ਤਾਂ ਤੁਸੀਂ ਵਰਤੋਗੇ ਸਤਿਕਾਰਯੋਗ ਮਾਤਾ ਜੀ। ਜੇ ਤੁਸੀਂ ਚਿੱਠੀ ਕਿਸੇ ਸਰਕਾਰੀ ਅਹੁਦੇਦਾਰ, ਉਦਾਹਰਨ ਲਈ ਡਿਪਟੀ ਕਮਿਸ਼ਨਰ ਨੂੰ ਲਿਖੋਗੇ ਤਾਂ ਉੱਥੇ ਤੁਸੀਂ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਸ਼ਬਦਾਂ ਦੀ ਵਰਤੋਂ ਕਰੋਗੇ। ਇਸ ਤੋਂ ਬਾਅਦ ਇੱਕ ਗੱਲ ਹੋਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਅਰਜ਼ੀ ਜਾਂ ਬੇਨਤੀ, ਜਿਸ ਨੂੰ ਕਿ ਅਸੀਂ ਐਪਲੀਕੇਸ਼ਨ ਕਹਿੰਦੇ ਹਾਂ, ਇਸ ਨੂੰ ਲਿਖਣ ਵੇਲੇ ਸੰਬੋਧਨੀ ਸ਼ਬਦਾਂ ਤੋਂ ਪਹਿਲਾਂ ਸੇਵਾ ਵਿਖੇ ਲਿਖਣਾ ਬਹੁਤ ਜ਼ਰੂਰੀ ਹੁੰਦਾ ਹੈ। ਅਗਲਾ ਮਹੱਤਵਪੂਰਨ ਹਿੱਸਾ ਚਿੱਠੀ ਦਾ ਵਿਸ਼ਾ ਹੁੰਦਾ ਹੈ। ਇਹ ਚਿੱਠੀ ਦਾ ਮੁੱਖ ਭਾਗ ਹੁੰਦਾ ਹੈ
ਅਤੇ ਇਸ ਵਿੱਚ ਉਹ ਗੱਲਾਂ ਲਿਖੀਆਂ ਹੁੰਦੀਆਂ ਹਨ ਜਿਹੜੀਆਂ ਗੱਲਾਂ ਤੁਸੀਂ ਚਿੱਠੀ ਰਾਹੀਂ ਕਹਿਣੀਆਂ ਚਾਹੁੰਦੇ ਹੋ। ਇਸ ਕਰਕੇ ਇਹ ਗੱਲਾਂ ਸਾਫ਼ ਅਤੇ ਸਪਸ਼ਟ ਸ਼ਬਦਾਂ ਵਿੱਚ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਇਸ ਭਾਗ ਵਿੱਚ ਸਾਰੀਆਂ ਗੱਲਾਂ ਪੈਰਿਆਂ ਵਿੱਚ ਲਿਖੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਹਰ ਇੱਕ ਪੈਰੇ ਵਿੱਚ ਸਿਰਫ ਇੱਕੋ ਗੱਲ ਕੀਤੀ ਜਾਣੀ ਚਾਹੀਦੀ ਹੈ। ਵਿਦਿਆਰਥੀਓ, ਇਸ ਦੇ ਨਾਲ ਹੀ ਇੱਕ ਗੱਲ ਹੋਰ ਵੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਇਹਨਾਂ ਸਾਰੇ ਪੈਰਿਆਂ ਦਾ ਆਪਸ ਵਿੱਚ ਕੋਈ ਨਾ ਕੋਈ ਸੰਬੰਧ ਜ਼ਰੂਰ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਸੰਬੰਧ ਪ੍ਰਗਟਾਉਣ ਵਾਲੇ ਸ਼ਬਦ ਵੀ ਬਹੁਤ ਮਹੱਤਵਪੂਰਨ ਹੁੰਦੇ ਹਨ। ਚਿੱਠੀ ਦੇ ਅੰਤ ਵਿੱਚ ਲਿਖਣ ਵਾਲਾ ਆਪਣੇ ਵਿਸ਼ੇ ਦੇ ਮੁੱਕਣ ਦਾ ਇਸ਼ਾਰਾ ਕਰਦਿਆਂ ਹੋਇਆਂ ਸੰਭਾਵੀ ਨਤੀਜੇ ਬਾਰੇ ਗੱਲ ਕਰੇਗਾ ਅਤੇ ਨਾਲ ਹੀ ਪੇਜ ਦੇ ਸੱਜੇ ਪਾਸੇ ਪੜ੍ਹਨ ਵਾਲੇ ਨਾਲ ਆਪਣੇ ਸੰਬੰਧ ਪ੍ਰਗਟਾਉਣ ਵਾਲੇ ਸ਼ਬਦ ਲਿਖੇਗਾ, ਜਿਵੇਂ ਆਪ ਜੀ ਦਾ ਪਿਆਰਾ ਸਪੁੱਤਰ, ਤੇਰਾ ਵੱਡਾ ਵੀਰ ਜਾਂ ਆਪ ਜੀ ਦਾ ਵਿਸ਼ਵਾਸ ਪਾਤਰ ਆਦਿ। ਇਸ ਤੋਂ ਬਾਅਦ ਚਿੱਠੀ ਲਿਖਣ ਵਾਲਾ ਆਪਣੇ ਦਸਤਖਤ ਕਰੇਗਾ, ਜਿਸ ਨਾਲ ਪਤਾ ਚੱਲੇਗਾ ਕਿ ਚਿੱਠੀ ਲਿਖਣ ਵਾਲਾ ਉਹੀ ਵਿਅਕਤੀ ਹੈ। ਅਖੀਰ ਵਿੱਚ ਚਿੱਠੀ ਦੇ ਬਾਹਰ ਲਿਖਿਆ ਜਾਣ ਵਾਲਾ ਪਤਾ ਵੀ ਮਹੱਤਵਪੂਰਨ ਹੁੰਦਾ ਹੈ। ਜਿਸ ਵਿਅਕਤੀ ਨੂੰ ਤੁਸੀਂ ਚਿੱਠੀ ਲਿਖਦੇ ਹੋ ਜਾਂ ਜਿਸ ਦਫ਼ਤਰ ਨੂੰ ਤੁਸੀਂ ਚਿੱਠੀ ਭੇਜਣੀ ਹੈ, ਉਸ ਦਫ਼ਤਰ ਜਾਂ ਵਿਅਕਤੀ ਦਾ ਪਤਾ ਸਾਫ਼ ਅਤੇ ਸਹੀ ਸ਼ਬਦਾਂ ਵਿੱਚ ਲਿਫਾਫੇ ਦੇ ਬਾਹਰਲੇ ਪਾਸੇ ਲਿਖਿਆ ਹੋਣਾ ਚਾਹੀਦਾ ਹੈ। ਵਿਦਿਆਰਥੀਓ, ਇਸ ਕੀਤੀ ਹੋਈ ਚਰਚਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਅਸੀਂ ਤੁਹਾਨੂੰ ਕੁਝ ਚਿੱਠੀਆਂ ਦੇ ਨਮੂਨੇ ਵੀ ਦੇਵਾਂਗੇ, ਪਰ ਇੱਕ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਇਹਨਾਂ ਗੱਲਾਂ ਨੂੰ ਸਮਝ ਕੇ ਤੁਸੀਂ ਇੱਕ ਬਹੁਤ ਵਧੀਆ ਚਿੱਠੀ ਪੱਤਰ ਲਿਖਣ ਵਿੱਚ ਮੁਹਾਰਤ ਹਾਸਲ ਕਰ ਸਕਦੇ ਹੋ। ਇਹ ਚਿੱਠੀ ਪੱਤਰ ਲਿਖਣ ਦੀ ਕਲਾ ਸਿੱਖਣਾ ਸਿਰਫ ਤੁਹਾਡੇ ਸਿਲੇਬਸ ਤੱਕ ਹੀ ਮਹਦੂਦ ਨਹੀਂ ਹੈ, ਸਗੋਂ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਤੁਸੀਂ ਕਿਸੇ ਅਦਾਰੇ ਵਿੱਚ ਨੌਕਰੀ ਕਰੋਗੇ ਤਾਂ ਚਿੱਠੀ ਲਿਖਣ ਦੀ ਜਾਣਕਾਰੀ ਤੁਹਾਡੇ ਲਈ ਬਹੁਤ ਸਹਾਈ ਸਾਬਤ ਹੋਵੇਗੀ। ਅੰਤਰਰਾਸ਼ਟਰੀ ਕੰਪਨੀਆਂ ਅਤੇ ਬਹੁਰਾਸ਼ਟਰੀ ਕੰਪਨੀਆਂ ਵਿੱਚ ਨੌਕਰੀ ਕਰਨ ਵਾਲੇ ਚਿੱਠੀ ਲਿਖਣ ਦੀ ਕਲਾ ਤੋਂ ਜਾਣੂ ਹੋਣ ਦਾ ਅਰਥ ਹੈ ਕਿ ਤੁਸੀਂ ਕੰਪਨੀ ਦੇ ਚਹੇਤੇ ਮੁਲਾਜ਼ਮ ਹੋ। ਵਿਦਿਆਰਥੀਓ, ਇਸ ਤਰੀਕੇ ਨਾਲ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਚਿੱਠੀ ਲਿਖਣ ਵਿੱਚ ਬਹੁਤ ਮਾਹਰ ਹੋ ਸਕਦੇ ਹੋ। ਬਹੁਤ ਬਹੁਤ ਧੰਨਵਾਦ।